हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਪੀਟੀ ਦੀ ਕਲਾਸ ਦੇ ਵਿੱਚ। ਤੇ ਮੈਂ ਇੱਕ ਵਾਰੀ ਦੱਸਦਾ ਕਿ ਮੈਂ ਜਿਹੜੀ ਐਸਐਸਟੀ ਕਰਵਾ ਰਹੀ ਆ, ਮੈਂ ਜਿਹੜੀ ਐਸਐਸਟੀ ਕਰਾ ਰਹੀ ਆ, ਮੈਂ ਜਿਹੜੀ ਆ ਇਹ ਐਨਸੀਈਆਰਟੀ ਤੋਂ ਤੇ ਐਸਸੀਈਆਰਟੀ ਤੋਂ ਕੰਬਾਈਨ ਕਰਕੇ ਕਰਵਾ ਰਹੀ ਆ। ਪਰ ਜਿਹੜੀ ਪੀਟੀ ਆ ਉਹ ਪੂਰੀ ਦੀ ਪੂਰੀ ਐਨਸੀਈਆਰਟੀ ਤੋਂ ਚੱਲਦੀ ਪਈ ਆ। ਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਕਿ 8th ਕਲਾਸ ਦੀ ਪੀਟੀ ਜਿਹੜੀ ਆ ਉਹ ਮੈਂ ਪੂਰੀ ਕਵਰ ਕਰਵਾ ਚੁੱਕੀ ਆ ਚੈਪਟਰ ਤੋਂ। ਇੱਕ ਵਾਰੀ ਮੈਂ ਤੁਹਾਨੂੰ ਬੁੱਕ ਵੀ ਸ਼ੋਅ ਕਰ ਦਿੰਨੀ ਆ ਵੀ 8ਵੀਂ ਕਲਾਸ ਦੀ ਸਾਡੀ ਐਨਸੀਈਆਰਟੀ ਦੀ ਬੁੱਕ ਕਿਹੜੀ ਆ, ਇਹ ਵਾਲੀ। ਠੀਕ ਹੈ, ਇਹ ਸਾਡੀ ਐਨਸੀਈਆਰਟੀ ਦੀ ਪੋਲੀਟੀਕਲ ਸਾਇੰਸ ਦੀ ਬੁੱਕ ਆ 8ਵੀਂ ਕਲਾਸ ਦੀ। ਤੇ ਇਹ ਪੂਰੇ 10 ਚੈਪਟਰ ਸੀ ਟੋਟਲ, 10 ਦੇ 10 ਹੀ ਚੈਪਟਰ ਜਿਹੜੇ ਆਪਾਂ ਕਵਰ ਕਰ ਚੁੱਕੇ ਆ। ਇਹਦੀ ਪਲੇਲਿਸਟ ਬਣੀ ਪਈ ਆ ਤੇ ਤੁਸੀਂ ਉਹ ਪਲੇਲਿਸਟ ਜਾ ਕੇ ਚੈੱਕ ਕਰ ਲੈਣਾ। ਪੀਐਸਟੈਟ ਵਾਲੇ ਐਸਐਸਟੀ ਪੋਰਸ਼ਨ ਵਾਲੇ ਬੱਚੇ, ਤੁਹਾਡੇ ਲਈ ਇਹ ਕਲਾਸਾਂ ਬਹੁਤ ਜ਼ਿਆਦੀਆਂ ਇੰਪੋਰਟੈਂਟ ਨੇ। 8ਵੀਂ ਕਲਾਸ ਦੀ ਪੋਲੀਟੀ ਕਰਨ ਤੋਂ ਬਾਅਦ ਆਪਾਂ 7ਵੀਂ ਕਲਾਸ ਦੀ ਪੋਲੀਟੀ ਅੱਜ ਸਟਾਰਟ ਕਰਨ ਜਾ ਰਹੇ ਹਾਂ। 7ਵੀਂ ਕਲਾਸ ਦੀ ਪੋਲੀਟੀ ਜਿਹੜੀ ਆ ਇਹਦੇ ਵਿੱਚ ਸਾਡਾ ਪਹਿਲਾ ਚੈਪਟਰ ਹੈਗਾ ਵਾ ਸਮਾਨਤਾ। ਠੀਕ ਹੈ, ਕਿਹੜਾ ਚੈਪਟਰ ਆ ਸਾਡਾ? ਸਮਾਨਤਾ। ਠੀਕ ਹੈ, ਚੈਪਟਰ 1 ਸਾਡਾ ਕੀ ਹੈਗਾ ਆ? ਸਮਾਨਤਾ। ਇਸੇ ਹੀ ਚੈਪਟਰ ਦੇ ਵਿੱਚੋਂ ਸਾਡੇ ਪਿਛਲੇ 2023 ਵਾਲੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਰੋਜ਼ਾ ਪਾਰਕਸ ਵਾਲਾ ਕਿ ਅਫਰੀਕਾ ਵਿੱਚ ਅਫਰੀਕਨ ਔਰਤ ਜਿਹੜੀ ਸਿਵਲ ਅਧਿਕਾਰਾਂ ਨੂੰ ਉਭਾਰਨ ਵਾਲੀ ਔਰਤ ਦੇ ਨਾਮ ਦੀ ਪਛਾਣ ਕਰੋ, ਜਿਹਦਾ ਆਨਸਰ ਆਉਣਾ ਸੀ ਰੋਜ਼ਾ ਪਾਰਕਸ। ਹਨਾ, ਇਹ ਕੁਐਸਚਨ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਇਹ ਕੁਐਸਚਨ ਜਿਹੜਾ ਸਾਨੂੰ ਇਸੇ ਹੀ ਚੈਪਟਰ ਦੇ ਵਿੱਚੋਂ ਪੁੱਛਿਆ ਗਿਆ ਸੀਗਾ। ਠੀਕ ਆ, ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇਕਰ ਤੁਹਾਨੂੰ ਕੋਈ ਭੁਲੇਖਾ ਤੇ ਇੱਥੇ ਮੈਂ ਤੁਹਾਨੂੰ ਇਹਦੇ ਨਾਲ ਹੀ ਉਹਨਾਂ ਨੇ ਇੱਕ ਫੋਟੋ ਦਿੱਤੀ ਹੈ ਤੇ ਪੂਰੀ ਰੋਜ਼ਾ ਪਾਰਕਸ ਦੀ ਇੱਕ ਕਹਾਣੀ ਦਿੱਤੀ ਉਹਨਾਂ ਨੇ, ਜਿੱਥੋਂ ਸਾਡੇ ਪੀਐਸਟੈਟ ਐਸਐਸਟੀ ਪੋਰਸ਼ਨ ਦੇ ਵਿੱਚ ਇਹਨਾਂ ਨੇ ਪੋਲੀਟੀਕਲ ਸਾਇੰਸ ਦਾ ਜਿਹੜਾ ਕੁਐਸਚਨ ਸੀਗਾ ਇੱਥੋਂ ਚੱਕਿਆ ਸੀ। ਠੀਕ ਆ, ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਸਾਡਾ ਜਿਹੜਾ ਪਹਿਲਾ ਚੈਪਟਰ ਹੈਗਾ, ਸਾਡਾ ਪਹਿਲਾ ਚੈਪਟਰ ਹੈਗਾ ਆ ਸਮਾਨਤਾ। ਠੀਕ ਆ, ਵੇਖੋ ਜਦੋਂ ਹੁਣ ਅਸੀਂ ਸਮਾਨਤਾ ਦੀ ਗੱਲ ਕਰਦੇ ਆ ਹਨਾ, ਸਭ ਤੋਂ ਪਹਿਲਾਂ ਤਾਂ ਇੱਕ ਭਾਰਤ ਦੀ ਜੇਕਰ ਆਪਾਂ ਗੱਲ ਕਰੀਏ, ਜੋ ਇਹਨਾਂ ਨੇ ਚੈਪਟਰ ਦੇ ਵਿੱਚ ਸਾਨੂੰ ਕਲੈਰੀਫਿਕੇਸ਼ਨ ਦਿੱਤੀ ਕਿ ਸੰਵਿਧਾਨ ਬਣਨ ਤੋਂ ਪਹਿਲਾਂ ਵੀ ਤੇ ਸੰਵਿਧਾਨ ਬਣਨ ਤੋਂ ਬਾਅਦ ਵੀ ਜਿਹੜੇ ਅਲੱਗ-ਅਲੱਗ ਕਾਨੂੰਨ ਆਏ, ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਹਨਾ, ਧਰਮ, ਜਾਤ, ਰੰਗ, ਨਸਲ ਜੋ ਵੀ ਹਨਾ ਆਪਾਂ ਬੋਲਦੇ ਹੁੰਦੇ ਆ ਦੇ ਆਧਾਰ ਤੇ, ਹਨਾ, ਜਾਂ ਅਲੱਗ-ਅਲੱਗ ਸੱਭਿਆਚਾਰ ਦੇ ਲੋਕ ਜਿਹੜੇ ਨੇ ਉਹ ਸਾਡੇ ਭਾਰਤ ਦੇ ਵਿੱਚ ਰਹਿੰਦੇ ਨੇ। ਕਹਿੰਦੇ ਵੀ ਇਤਿਹਾਸ ਗਵਾਹ ਆ ਕਿ ਸਾਡੇ ਦੇਸ਼ ਦੇ ਵਿੱਚ ਕੀ ਨੇ, ਜ਼ਿਆਦਾਤਰ ਅਸਮਾਨਤਾਵਾਂ ਪਾਈਆਂ ਜਾਂਦੀਆਂ। ਕੀ ਪਾਈਆਂ ਜਾਂਦੀਆਂ? ਜ਼ਿਆਦਾਤਰ ਅਸਮਾਨਤਾਵਾਂ ਪਾਈਆਂ ਜਾਂਦੀਆਂ। ਠੀਕ ਹੈ, ਫਿਰ ਇਹ ਐਨਸੀਈਆਰਟੀ ਸਾਨੂੰ ਦੱਸਦੀ ਆ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਉਹਦੇ ਨਾਲ ਕੋਈ ਵੀ ਭੇਦਭਾਵ ਜਿਹੜਾ ਵਾ ਉਹ ਨਾ ਹੋਵੇ। ਉਹਦੇ ਮਤਲਬ ਉਹਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਸਾਡੇ ਭਾਰਤ ਸੰਵਿਧਾਨ ਦੇ ਅੰਦਰ ਕਾਨੂੰਨ ਪਾਸ ਕੀਤੇ ਗਏ ਨੇ। ਜਿੱਦਾਂ ਸਾਡਾ ਸਮਾਨਤਾ ਦਾ ਅਧਿਕਾਰ ਆਉਂਦਾ ਵਾ, ਉਹ ਇਸੇ ਚੀਜ਼ ਦੀ ਗਵਾਹੀ ਜਿਹੜੀ ਆ ਉਹ ਭਰਦਾ। ਪਰ ਐਂਡ ਤੇ ਇਹਨਾਂ ਨੇ ਬਹੁਤ ਸੋਹਣਾ ਕੁਐਸਚਨ ਦੱਸਿਆ। ਉਹ ਕੁਐਸਚਨ ਕੀ, ਇਹ ਕਹਿੰਦੇ ਕਿ ਭਾਵੇਂ ਕਿ ਸਾਡੇ ਦੇਸ਼ ਦੇ ਅੰਦਰ ਕਹਿੰਦੇ ਇੱਕ ਗੱਲ ਆ ਵੀ ਧਰਮ ਦੇ ਨਾਂ ਤੇ ਵਿਤਕਰਾ, ਜਾਤੀ ਦੇ ਆਧਾਰ ਤੇ ਵਿਤਕਰਾ, ਅਮੀਰੀ ਗਰੀਬੀ ਦੇ ਆਧਾਰ ਤੇ ਵਿਤਕਰਾ, ਹਨਾ, ਕਿ ਇਹ ਵਿਤਕਰੇ ਨੂੰ ਦੂਰ ਕਰਨ ਲਈ ਭਾਵੇਂ ਸਾਡੇ ਭਾਰਤ ਦੇਸ਼ ਦੇ ਅੰਦਰ, ਸਾਡੇ ਸੰਵਿਧਾਨ ਦੇ ਅੰਦਰ, ਸਾਡੇ ਕਾਨੂੰਨ ਦੁਆਰਾ ਤੇ ਸਾਡੀਆਂ ਸਰਕਾਰਾਂ ਦੁਆਰਾ ਅਨੇਕਾਂ ਹੀ ਕਾਨੂੰਨ ਬਣਾਏ ਜਾਂਦੇ ਆ, ਫੋਲੋ ਵੀ ਕੀਤੇ ਜਾਂਦੇ ਆ। ਪਰ ਕਹਿੰਦੇ ਕੀ ਆਪਾਂ ਇਹ ਪੂਰੀ ਤਰ੍ਹਾਂ ਕਹਿ ਸਕਦੇ ਕਿ ਸਾਡੇ ਦੇਸ਼ ਦੇ ਵਿੱਚੋਂ ਅਸਮਾਨਤਾ ਖਤਮ ਹੋ ਗਈ? ਅੱਜ ਵੀ ਬੜੇ ਲੋਕ ਹੈਗੇ ਆ ਜਿਨ੍ਹਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ। ਠੀਕ ਆ, ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਆ। 1975 ਈਸਵੀ ਦੇ ਵਿੱਚ ਇੱਕ ਦੀਵਾਰ ਫਿਲਮ ਆਈ ਸੀ। ਦੀਵਾਰ ਫਿਲਮ ਆਈ ਸੀ, ਜਿਨ੍ਹਾਂ ਨੇ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ। ਦੀਵਾਰ ਫਿਲਮ ਦੇ ਵਿੱਚ ਇੱਕ ਨਾ ਜੁੱਤੀਆਂ ਪਾਲਿਸ਼ ਕਰਨ ਵਾਲਾ ਛੋਟਾ ਮੁੰਡਾ, ਹਨਾ,
ਜੁੱਤੀਆਂ ਪਾਲਿਸ਼ ਕਰਨ ਵਾਲਾ ਮੁੰਡਾ, ਪਾਲਿਸ਼ ਕਰਨ ਵਾਲਾ ਮੁੰਡਾ। ਕੋਈ ਅਮੀਰ ਬੰਦਾ ਜਿਹੜਾ ਵਾ ਇਹਦੇ ਕੋਲ ਜੁੱਤੀ ਪਾਲਿਸ਼ ਕਰਾਉਂਦਾ, ਐ ਕਰਕੇ ਇਹਦੇ ਅੱਗੇ ਜੁੱਤੀ ਰੱਖਦਾ ਤੇ ਇਹ ਜੁੱਤੀ ਪਾਲਿਸ਼ ਕਰ ਦਿੰਦਾ, ਤੇ ਜੋ ਵੀ ਇਹਦੀ ਇਨਕਮ ਹੁੰਦੀ ਆ ਉਹ ਪੈਸੇ ਕਿੱਦਾਂ ਸੁੱਟ ਦਿੰਦਾ ਵਾ, ਉਹ ਪੈਸੇ ਐ ਕਰਕੇ ਉਹਦੇ ਅੱਗੇ ਸੁੱਟ ਦਿੰਦਾ, ਏਦਾਂ ਕਰਕੇ ਸੁੱਟਦਾ ਜਿਵੇਂ ਕੁੱਤੇ ਦੇ ਅੱਗੇ ਕੋਈ ਚੀਜ਼ ਸੁੱਟੀ ਦੀ। ਇਸ ਮੁੰਡੇ ਦੇ ਅੱਗੇ ਜੁੱਤੀ ਆਪਣੀ ਪਾਲਿਸ਼ ਕਰਾ ਕੇ ਤੇ ਇਹਦੇ ਅੱਗੇ ਏਦਾਂ ਪੈਸੇ ਸੁੱਟਦਾ ਜਿੱਦਾਂ ਕੁੱਤੇ ਨੂੰ ਕੋਈ ਚੀਜ਼ ਪਾਈ ਦੀ। ਪਰ ਉਹ ਮੁੰਡੇ ਨੇ ਉਸ ਫਿਲਮ ਦੇ ਵਿੱਚ ਕੀ ਕੀਤਾ ਸੀ, ਇਸ ਮੁੰਡੇ ਨੇ ਇਹਨੇ ਪੈਸੇ ਨਹੀਂ ਸੀ ਚੁੱਕੇ, ਇਹਨੇ ਕਿਹਾ ਸੀ ਮੇਰੇ ਕੰਮ ਦੀ ਵੀ ਕਦਰ ਆ, ਜਿੱਦਾਂ ਤੁਸੀਂ ਪੈਸੇ ਥੱਲੇ ਸੁੱਟੇ ਆ ਮੈਨੂੰ ਚੱਕ ਕੇ ਹੱਥ 'ਚ ਫੜਾਓ, ਕਿਉਂਕਿ ਮੇਰੇ ਕੰਮ ਦੀ ਵੀ ਕਦਰ ਆ। ਸਾਡਾ ਬਹੁਤ ਸੋਹਣੀ ਫਿਲਮ ਸੀ ਕਿ ਸਾਡੇ ਭਾਰਤ ਦੇ ਅੰਦਰ ਜਿਹੜਾ ਸਾਡਾ ਸੰਵਿਧਾਨ ਆ, ਸਾਡਾ ਸੰਵਿਧਾਨ ਸਾਨੂੰ ਦੱਸਦਾ ਕਿ ਭਾਵੇਂ ਬੰਦਾ ਗਰੀਬ ਆ, ਜਿੱਦਾਂ ਵੀ ਆ, ਕਿਸੇ ਵੀ ਧਰਮ ਜਾਤੀ ਦਾ, ਆਪਾਂ ਉਸ ਹਰ ਇੱਕ ਬੰਦੇ ਦੇ ਕੰਮ ਦੀ ਕਦਰ ਆ, ਚਾਹੇ ਉਹ ਟਾਇਲਟ ਕਿਉਂ ਨਾ ਸਾਫ਼ ਕਰਦਾ ਹੋਵੇ, ਚਾਹੇ ਉਹ ਲੈਟਰੀਨਾ ਕਿਉਂ ਨਾ ਸਾਫ਼ ਕਰਦਾ ਹੋਵੇ, ਚਾਹੇ ਉਹ ਗਟਰ ਕਿਉਂ ਨਾ ਸਾਫ਼ ਕਰਦਾ ਹੋਵੇ, ਉਹਦੇ ਕੰਮ ਦੀ ਵੀ ਕਦਰ ਆ, ਉਹਦੇ ਕੰਮ ਦੀ ਵੀ ਪੂਰੀ ਦੀ ਪੂਰੀ ਕਦਰ ਹੋਣੀ ਚਾਹੀਦੀ ਆ। ਇੱਕ ਬਹੁਤ ਵੱਡੀ ਚੀਜ਼ ਇਸ ਵਿੱਚ ਕਹੀ ਆ ਪਹਿਲੇ ਹੀ ਪੇਜ ਦੇ ਵਿੱਚ ਕਿ ਸਾਡੇ ਦੇਸ਼ ਦੇ ਅੰਦਰ ਜੋ ਅਧਿਕਾਰ ਕਹਿ ਲਓ ਜਾਂ ਫਿਰ ਤੁਸੀਂ ਕਾਨੂੰਨ ਕਹਿ ਲਓ, ਹਨਾ, ਜੋ ਅਧਿਕਾਰ ਕਾਨੂੰਨ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਹੋਣਗੇ, ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਆ, ਉਹ ਕਾਨੂੰਨ ਅਧਿਕਾਰ ਕਿਹਨੂੰ ਹੋਣਗੇ, ਆਮ ਵਿਅਕਤੀ ਨੂੰ ਵੀ ਸੇਮ ਹੋਣਗੇ। ਯਾਨੀ ਕਿ ਸਾਡੇ ਭਾਰਤ ਦਾ ਸੰਵਿਧਾਨ ਕਹਿੰਦਾ ਵੀ ਕੋਈ ਉੱਚਾ ਨੀਵਾਂ ਨਹੀਂ, ਵੱਡੇ ਆਦਮੀ ਤੋਂ ਲੈ ਕੇ ਛੋਟੇ ਆਦਮੀ ਤੱਕ ਜੋ ਵੱਡੇ ਆਦਮੀ ਨੂੰ ਅਧਿਕਾਰ ਕਾਨੂੰਨ ਪ੍ਰਾਪਤ ਆ, ਚਾਹੇ ਦੇਸ਼ ਦਾ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ, ਉਹੀ ਅਧਿਕਾਰ ਕਾਨੂੰਨ ਜਿਹੜੇ ਨੇ ਆਮ ਵਿਅਕਤੀ ਨੂੰ ਹੋਣਗੇ। ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਆ ਉਹ ਦੁਪਹਿਰ ਦਾ ਖਾਣਾ ਬੱਚਿਆਂ ਨੂੰ ਦਿੱਤਾ ਜਾਂਦਾ, ਤੇ ਸਾਡੇ ਮਨ ਦੇ ਵਿੱਚ ਇਹੀ ਸਵਾਲ ਆਉਣਾ ਚਾਹੀਦਾ ਕਿ ਜਦੋਂ ਆਪਾਂ ਪੜ੍ਹਦੇ ਸੀ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ ਉਹ ਬੱਚੇ ਆ ਜਿਨ੍ਹਾਂ ਦੇ ਵੇਲੇ ਕਣਕ ਮਿਲਦੀ ਹੁੰਦੀ ਸੀ, 2-2 ਜੱਗ ਕਣਕ ਮਿਲਦੀ ਹੁੰਦੀ ਸੀ, ਹਨਾ, 2-2 3-3 ਕਿਲੋ ਕਣਕ ਮਿਲਦੀ ਹੁੰਦੀ ਸੀ, ਹਨਾ, ਤੇ ਆਪਣੇ ਟਾਈਮ ਤੇ ਕਣਕ ਮਿਲਦੀ ਹੁੰਦੀ ਸੀ, ਹਨਾ। ਮੈਂ ਵੈਸੇ ਜ਼ਿਆਦਾ ਪੁਰਾਣੀ ਨਹੀਂ ਹੈਗੀ, ਜ਼ਿਆਦਾ ਪੁਰਾਣੀ ਨਾ ਮੰਨ ਕੇ ਚੱਲਿਓ, ਅਜੇ ਮਤਲਬ ਥੋੜੇ ਕਿ ਟਾਈਮ ਦੀ ਗੱਲ ਆ, ਜ਼ਿਆਦਾ ਪੁਰਾਣੀ ਗੱਲ ਨਹੀਂ ਆ, ਕਣਕ ਮਿਲਦੀ ਹੁੰਦੀ ਸੀ ਉਦੋਂ, ਠੀਕ ਆ। ਪਰ ਹੁਣ ਦੁਪਹਿਰ ਦਾ ਖਾਣਾ ਮਿਲਣ ਲੱਗਾ। ਇਹ ਦੁਪਹਿਰ ਦਾ ਖਾਣਾ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਸ਼ੁਰੂ ਕੀਤਾ ਗਿਆ? ਸਾਡੇ ਸਰਕਾਰ ਨੇ ਸੋਚਿਆ, ਸਾਡੀ ਜਿਹੜੀ ਸੈਂਟਰ ਗਵਰਨਮੈਂਟ ਆ, ਉਹਨਾਂ ਨੇ ਸੋਚਿਆ ਕਿ ਇੱਕ ਤਾਂ ਪਹਿਲੀ ਚੀਜ਼ ਤਾਂ ਇਹ ਹੈ, ਦੇਖੋ ਵੀ ਜੇਕਰ ਅਸੀਂ ਗੱਲ ਕਰੀਏ ਕਿ ਸਾਡੇ ਦੇਸ਼ ਦੇ ਅੰਦਰ ਬੇਰੁਜ਼ਗਾਰੀ ਬਹੁਤ ਆ, ਹਨਾ, ਰੋਜੀ ਰੋਟੀ ਕਮਾਉਣ ਲਈ ਵੀ ਜਿਹੜਾ ਵਾ ਉਹ ਔਰਤਾਂ ਵੀ, ਜਿਹੜੀਆਂ ਗਰੀਬ ਘਰਾਂ ਦੀਆਂ ਔਰਤਾਂ, ਉਹ ਵੀ ਬਾਹਰ ਕੰਮ ਕਰਨ ਜਾਂਦੀਆਂ। ਹੁਣ ਦੇਖਿਆ ਕਿ ਜਦੋਂ ਇਹਨਾਂ ਨੇ ਇੱਕ ਸਰਵੇ ਕੀਤਾ, ਮੈਂ ਪਹਿਲਾਂ ਵੀ ਕਿਸੇ ਵੀਡੀਓ ਦੇ ਵਿੱਚ ਦੱਸਿਆ ਸੀ, ਜਦੋਂ ਇਹਨਾਂ ਨੇ ਸਰਵੇ ਕੀਤਾ ਤੇ ਇਹਨਾਂ ਨੇ ਦੇਖਿਆ ਵੀ ਜ਼ਿਆਦਾਤਰ ਗਰੀਬ ਘਰਾਂ ਦੇ ਬੱਚੇ ਕਿਹਦੇ ਤੇ ਲੱਗੇ ਹੋਏ ਆ, ਚਾਈਲਡ ਲੇਬਰ 'ਚ ਲੱਗੇ ਹੋਏ ਸੀ। ਇੱਕ ਤਾਂ ਚਾਈਲਡ ਲੇਬਰ ਬੰਦ ਕੀਤੀ, ਹਨਾ, ਤੇ ਫਿਰ ਉਹਨਾਂ ਨੇ ਵੇਖਿਆ ਕਿ ਚਾਈਲਡ ਲੇਬਰ ਦਾ ਜ਼ਿਆਦਾ ਕਾਰਨ ਕੀ ਆ। ਕਾਰਨ ਇਹ ਕਿ ਪਰਿਵਾਰ ਦੇ ਵਿੱਚ ਗਰੀਬ ਪਰਿਵਾਰ ਉਹ ਇੰਨਾ ਐਫਰਟਸ ਨਹੀਂ ਕਰ ਸਕਦਾ, ਹਨਾ, ਕਿ ਉਹ ਆਪਣੇ ਬੱਚੇ ਨੂੰ ਸਕੂਲ ਪੜ੍ਹਾਵੇ, ਹਨਾ, ਉਹਨਾਂ ਦੇ ਘਰ ਦੀਆਂ ਲੋੜਾਂ ਹੀ ਇੰਨੀਆਂ ਹੁੰਦੀਆਂ, ਰੋਜ਼ੀ ਰੋਟੀ ਕਮਾਉਣ ਦੀਆਂ ਕਹਿ ਲਓ, ਵੀ ਉਹ ਆਪਦੇ ਬੱਚਿਆਂ ਨੂੰ ਛੋਟੇ ਨੂੰ ਕੰਮ ਤੇ ਲਾ ਜਾਂਦੇ ਆ, ਤੇ ਇੱਕ ਘਰ ਦੀ ਕਹਿ ਲਓ ਵੀ ਜਦੋਂ ਰੋਟੀ ਨਹੀਂ ਪੂਰੀ ਹੋਣੀ ਤੇ ਛੋਟੇ ਬੱਚਿਆਂ ਨੂੰ ਕੰਮ ਤੇ ਲਾ ਦੇਣਾ, ਹਨਾ। ਇਹਨਾਂ ਸਾਰੀਆਂ, ਦੂਜੀ ਗੱਲ ਇਹ ਹੀ ਵੀ ਜੇ ਮਾਂ ਕਹਿ ਲਓ, ਔਰਤ ਕਹਿ ਲਓ, ਕਿਤੇ ਮਜ਼ਦੂਰੀ ਕਰਨ ਗਈ ਆ, ਹਨਾ, ਕਿਤੇ ਵੀ ਮਜ਼ਦੂਰੀ ਕਰਨ ਕਿਤੇ ਗਈ ਆ, ਤੇ ਉਹਨੂੰ 12 ਵਜੇ ਜਾਂ 1 ਵਜੇ ਦੁਪਹਿਰ ਨੂੰ ਵਾਪਸ ਘਰ ਆਉਣਾ ਪੈਂਦਾ ਸੀ। ਕਿਉਂਕਿ ਉਹਦਾ ਬੱਚਾ ਸਕੂਲੋਂ ਘਰ ਆਉਂਦਾ ਸੀ ਕਾਹਦੇ ਵਾਸਤੇ? ਖਾਣਾ ਖਾਣ ਵਾਸਤੇ। ਬਹੁਤ ਸਾਰੇ ਕਾਰਨ ਸੀ, ਹਨਾ। ਸੋ ਜਦੋਂ ਇਹਨਾਂ ਨੇ ਦੁਪਹਿਰ ਦਾ ਖਾਣਾ, ਮਿਡ ਡੇ ਮੀਲ ਜਿਹਨੂੰ ਅਸੀਂ ਕਹਿ ਦਿੰਦੇ, ਸ਼ੁਰੂ ਕੀਤੀ, ਇਹਨਾਂ ਕਾਰਨਾਂ ਕੀ ਹੋਇਆ, ਇਹਦੇ ਨਾਲ ਫਾਇਦਾ ਕੀ ਹੋਇਆ? ਇੱਕ ਤਾਂ ਜਿਹੜੇ ਗਰੀਬ ਘਰਾਂ ਦੇ ਬੱਚੇ ਸੀ ਉਹ ਜ਼ਿਆਦਾ ਸਕੂਲਾਂ ਦੇ ਵਿੱਚ ਜਿਹੜਾ ਦਾਖਲ ਹੋਣ ਲੱਗ ਗਏ, ਹਨਾ।
ਛੁੱਟੀ ਜਿਹੜੇ ਬੱਚੇ ਕਰਦੇ ਸੀ ਉਹ ਘੱਟ ਕਰਨ ਲੱਗ ਗਏ। ਠੀਕ ਆ, ਉਹਨਾਂ ਦੀਆਂ ਰੋਜ਼ੀ ਰੋਟੀ ਦੀਆਂ ਸਹੂਲਤਾਂ ਪੂਰੀਆਂ ਹੋ ਗਈਆਂ। ਜਿੱਥੇ ਇੱਕ ਘਰ ਦਾ ਇੱਕ ਬੱਚਾ ਹੀ ਸਕੂਲੇ ਜਾਂਦਾ ਸੀ, ਉੱਥੇ ਦੋਵੇਂ ਜਾਣ ਲੱਗ ਗਏ ਹਨਾ। ਜਿੱਥੇ ਉਹਨਾਂ ਨੂੰ ਚਾਈਲਡ ਲੇਬਰ ਕਰਨੀ ਪੈਂਦੀ ਸੀ, ਚਾਈਲਡ ਲੇਬਰ ਬੰਦ ਹੋ ਗਈ। ਜਿੱਥੇ ਮਾਂ ਨੂੰ ਦੁਪਹਿਰ ਨੂੰ ਵਾਪਸ ਆਉਣਾ ਪੈਂਦਾ ਸੀ ਮਜ਼ਦੂਰੀ ਤੋਂ ਕਿ ਮੇਰੇ ਬੱਚੇ ਸਕੂਲੋਂ ਆਏ ਤੇ ਮੈਂ ਉਹਨਾਂ ਨੂੰ ਖਾਣਾ ਦੇਣਾ, ਉਹ ਆਪਣਾ ਕੰਮ ਛੱਡ ਕੇ ਵਾਪਸ ਨਹੀਂ ਸੀ ਹੁਣ ਆਉਂਦੀ, ਯਾਨੀ ਕਿ ਫਾਇਦਾ ਹੋ ਰਿਹਾ ਸੀ। ਤੇ ਇਹ ਚੀਜ਼ ਆ ਕਿ ਪੁੱਛਿਆ ਜਾਂਦਾ ਹੁੰਦਾ ਕਿ ਸਭ ਤੋਂ ਪਹਿਲਾਂ ਕਿਹੜੀ ਉਹ ਸਟੇਟ ਆ ਜਿਸ ਸਟੇਟ ਦੇ ਵਿੱਚ ਮਿਡ ਡੇ ਮੀਲ ਸਕੀਮ ਜਿਹੜੀ ਸ਼ੁਰੂ ਕੀਤੀ ਗਈ, ਕਿਹੜੀ ਸਟੇਟ ਦੇ ਵਿੱਚ ਸਭ ਤੋਂ ਪਹਿਲਾਂ ਲਾਗੂ ਹੋਈ ਸੀ। ਕਿਉਂਕਿ ਇਹ ਕੁਐਸਚਨ ਸਾਡੇ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਾ ਵਾ। ਜਿਹੜੀ ਮਿਡ ਡੇ ਮੀਲ ਸਕੀਮ ਆ ਇਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਸੀ? ਤਾਮਿਲਨਾਡੂ ਦੇ ਵਿੱਚ ਹੋਈ ਸੀ। ਕਿੱਥੇ ਸ਼ੁਰੂ ਹੋਈ ਸੀ? ਤਾਮਿਲਨਾਡੂ ਦੇ ਵਿੱਚ ਹੋਈ ਸੀ। ਪੁਆਇੰਟ ਵੈਰੀ ਵੈਰੀ ਇੰਪੋਰਟੈਂਟ, ਇਹਨੂੰ ਨੋਟ ਕਰਕੇ ਰੱਖ ਲਓ। ਸਭ ਤੋਂ ਪਹਿਲਾਂ ਤਾਮਿਲਨਾਡੂ ਦੇ ਵਿੱਚ ਹੋਈ ਆ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਹਾਈ ਕੋਰਟ ਆ, ਹਾਈ ਕੋਰਟ ਕਿਹੜੀਆਂ ਹੁੰਦੀਆਂ? ਸਟੇਟ ਦੀਆਂ। ਬਹੁਤ ਸਾਰੀਆਂ ਸਟੇਟ ਦੀ ਸਾਂਝੀ ਹਾਈ ਕੋਰਟ, ਜਿਵੇਂ ਸਾਡੀ ਪੰਜਾਬ ਹਰਿਆਣਾ ਹਨਾ, ਚੰਡੀਗੜ੍ਹ ਆ ਸਾਡੀ ਸਾਂਝੀ ਹਾਈ ਕੋਰਟ ਆ। ਜਿੰਨੀਆਂ ਵੀ ਸਟੇਟ ਦੀਆਂ ਹਾਈ ਕੋਰਟ ਆ ਇਹਨਾਂ ਨੇ ਆਦੇਸ਼ ਦਿੱਤਾ ਸੀ। ਕਦੋਂ ਆਦੇਸ਼ ਦਿੱਤਾ? 2001 ਦੇ ਵਿੱਚ ਇਹਨਾਂ ਨੇ ਆਦੇਸ਼ ਦਿੱਤਾ ਸੀ ਕਿ 6 ਮਹੀਨਿਆਂ ਦੇ ਅੰਦਰ ਅੰਦਰ, ਕੀ ਆਦੇਸ਼ ਦਿੱਤਾ? 6 ਮਹੀਨਿਆਂ ਦੇ ਅੰਦਰ ਅੰਦਰ ਇਹ ਜਿਹੜੀ ਮਿਡ ਡੇ ਮੀਲ ਸਕੀਮ ਆ ਇਹ ਸਾਰੇ ਰਾਜਾਂ ਵਿੱਚ ਲਾਗੂ ਹੋਣੀ ਚਾਹੀਦੀ ਆ। ਕਿੱਥੇ? ਸਾਰੇ ਰਾਜਾਂ ਵਿੱਚ ਲਾਗੂ ਹੋਣੀ ਚਾਹੀਦੀ ਹੈ। ਹੁਣ ਕੁਐਸਚਨ ਤੁਹਾਨੂੰ ਬੜਾ ਘੁਮਾ ਫਿਰਾ ਕੇ ਪਾਉਣਗੇ ਵੀ ਭਾਰਤ ਦਾ ਪਹਿਲੀ ਉਹ ਸਟੇਟ ਆ ਤਾਮਿਲਨਾਡੂ ਜਿੱਥੇ ਮਿਡ ਡੇ ਮੀਲ ਸਕੀਮ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ। ਇਹ ਕਦੋਂ ਸ਼ੁਰੂ ਕੀਤੀ ਗਈ? ਬਹੁਤੇ ਬੱਚੇ 2001 ਆਨਸਰ ਲਾ ਕੇ ਆਉਣਗੇ, ਗਲਤ ਹੋ ਜਾਊਗਾ। ਸਭ ਤੋਂ ਪਹਿਲਾਂ ਠੀਕ ਹੈ ਤਾਮਿਲਨਾਡੂ ਵਿੱਚ ਲਾਗੂ ਹੋਈ ਸੀ, ਪਰ ਤਾਮਿਲਨਾਡੂ ਤੋਂ ਬਾਅਦ ਹਾਈ ਕੋਰਟ ਨੇ ਆਦੇਸ਼ ਦਿੱਤਾ 2001 ਦੇ ਵਿੱਚ ਕਿ ਸਾਰੇ ਰਾਜਾਂ ਵਿੱਚ ਮਿਡ ਡੇ ਮੀਲ ਸਕੀਮ ਜਿਹੜੀ ਆ ਉਹ 6 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਰਾਜਾਂ ਦੇ ਸਕੂਲਾਂ ਵਿੱਚ ਕੀ ਆ? ਲਾਗੂ ਹੋਣੀ ਚਾਹੀਦੀ ਆ। ਠੀਕ ਆ। ਇਹਦੇ ਨਾਲ ਕੀ ਕੀ ਫਾਇਦੇ ਹੋਏ ਪਤਾ ਹੋਣਾ ਚਾਹੀਦਾ ਵਾ ਕਿ ਜ਼ਿਆਦਾਤਰ ਜਿਹੜੇ ਦਾਖਲੇ ਹੀ ਬੱਚਿਆਂ ਦੇ ਉਹ ਸਕੂਲਾਂ ਦੇ ਵਿੱਚ ਹੋਣ ਲੱਗ ਗਏ ਹਨਾ। ਤੇ ਜਿਹੜੇ ਗਰੀਬਾਂ ਦੇ ਬੱਚੇ ਭੁੱਖੇ ਰਹਿੰਦੇ ਸੀ ਜਾਂ ਕਹਿ ਲਓ ਭੁੱਖਮਰੀ ਜਿਹੜੀ ਆ ਉਹ ਦੂਰ ਹੋਈ ਹਨਾ। ਤੇ ਪੜ੍ਹਾਈ ਦੇ ਵਿੱਚ ਕਹਿ ਲਓ ਵੀ ਵਾਧਾ ਆਇਆ। ਕਹਿੰਦੇ ਹੁੰਦੇ ਨਾ ਵੀ ਖਾਲੀ ਪੇਟ ਆਪਾਂ ਕੀ ਪੜਾਂਗੇ? ਖਾਲੀ ਪੇਟ ਬੱਚਾ ਪੜ੍ਹ ਸਕਦਾ ਵਾ? ਬਿਲਕੁਲ ਨਹੀਂ ਪੜ੍ਹ ਸਕਦਾ। ਸੋ ਇਹ ਸਾਰੇ ਕਾਰਨ ਸੀਗੇ। ਪਰ ਹੁਣ ਤਾਂ ਕਈਆਂ ਬੱਚਿਆਂ ਨੂੰ ਪਤਾ ਨਹੀਂ ਹੋਣਾ, ਤੁਹਾਨੂੰ ਸ਼ਾਇਦ ਪਤਾ ਵੀ ਹੋਵੇ, ਹੁਣ ਤਾਂ ਮਿਡ ਡੇ ਮੀਲ ਦੇ ਨਾਲ ਕੇਲੇ ਵੀ ਮਿਲਦੇ ਨੇ। ਪਤਾ ਨਹੀਂ ਇੱਕ ਮਿਲਦੇ ਕਿ ਦੋ ਮਿਲਦੇ ਆ। ਥੋੜੇ ਦਿਨ ਹੋਏ ਆਮ ਆਦਮੀ ਪਾਰਟੀ ਨੇ ਕਿਸੇ ਵਰਕਰ ਨੇ ਪਾਈ ਸੀਗੀ, ਪੋਸਟ ਪਾਈ ਸੀ ਇੰਸਟਾ ਤੇ, ਲਿਖਿਆ ਸੀ ਕਿ ਹੁਣ ਪਹਿਲਾਂ ਕੇਲੇ ਮਿਲਦੇ ਸੀ ਤੇ ਹੁਣ ਮੌਸਮੀ ਫਲ ਬੱਚਿਆਂ ਨੂੰ ਮਿਲਿਆ ਕਰਨਗੇ। ਹੁਣ ਇਹ ਨਹੀਂ ਪਤਾ ਵੀ ਮਿਲਦੇ ਕਿ ਨਹੀਂ ਮਿਲਦੇ, ਪਰ ਏਦਾਂ ਕੁਝ ਲਿਖਿਆ ਹੋਇਆ ਸੀ। ਸੋ ਇਹ ਚੀਜ਼ ਆ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਠੀਕ ਹੈ। ਆਹ ਦੇਖੋ ਇਹਨਾਂ ਨੇ ਦੀਵਾਰ ਫਿਲਮ ਦੀ ਫੋਟੋ ਦਿੱਤੀ ਆ ਕਿ ਇਹ ਅੱਗੇ ਪੈਸੇ ਸੁੱਟ ਦਿੰਦਾ ਵਾ ਤੇ ਆਹ ਵੇਖੋ ਛੋਟੇ ਬੱਚੇ ਜਿਹੜੇ ਆ ਮਤਲਬ ਬੂਟ ਇਹਨਾਂ ਦੀਆਂ ਪਾਲਿਸ਼ਾਂ ਕਰ ਰਹੇ ਆ। ਉਸ ਤੋਂ ਬਾਅਦ ਆ ਉੱਤਰਾਖੰਡ ਦੀ ਫੋਟੋ ਦਿੱਤੀ ਆ, ਇੱਕ ਟੀਚਰ ਖੁਦ ਬੱਚਿਆਂ ਨੂੰ ਮਿਡ ਡੇ ਮੀਲ ਖਾਣਾ ਪਰੋਸ ਰਹੀ ਆ। ਠੀਕ ਆ, ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਚੱਲਦੇ ਆਪਾਂ ਅਗਲੇ ਪੁਆਇੰਟ ਤੇ। ਠੀਕ ਹੈ। ਮਿਡ ਡੇ ਮੀਲ ਸਕੀਮ ਲਾਗੂ ਕਰਨ ਦੇ ਜੇਕਰ ਕਾਰਨ ਪੁੱਛੇ ਜਾਣ ਤਾਂ ਤੁਸੀਂ ਇੱਕ ਵਾਰੀ ਲਿਖ ਹੀ ਲਓ। ਇੱਕ ਤਾਂ ਇਹ ਹੋਇਆ ਕਿ ਇਹਦੇ ਨਾਲ ਸਕੂਲਾਂ ਦੇ ਵਿੱਚ ਦਾਖਲੇ ਵਧੇ। ਸਕੂਲਾਂ ਦੇ ਵਿੱਚ ਜਾਂ ਕਹਿ ਲਓ ਵੀ ਸਕੂਲਾਂ ਵਿੱਚ ਗਰੀਬ ਬੱਚਿਆਂ ਦੀ ਗਿਣਤੀ ਵਧੀ। ਕਿਉਂਕਿ ਇਹ ਸਾਰੇ ਕਾਰਨ ਆ ਕੇ ਤੇ ਤੁਹਾਨੂੰ ਪੁਆਇੰਟ ਪੁੱਛੇ ਜਾ ਸਕਦੇ ਆ। ਸਾਨੂੰ ਜ਼ਿਆਦਾਤਰ ਪੇਪਰ ਇਸ ਤਰੀਕੇ ਦਾ ਹੀ ਆਉਂਦਾ। ਪਹਿਲਾ ਤਾਂ ਕਾਰਨ ਇਹ ਹੈਗਾ ਸਕੂਲਾਂ ਵਿੱਚ ਗਰੀਬ ਬੱਚਿਆਂ ਦੀ ਗਿਣਤੀ ਵਧੀ, ਜਾਂ ਕਹਿ ਲਓ ਵੀ ਔਰਤਾਂ ਨੂੰ। ਦੂਜਾ ਕਾਰਨ ਲਿਖੋ, ਔਰਤਾਂ ਨੂੰ ਦੁਪਹਿਰ ਦੇ ਖਾਣੇ ਲਈ ਆਪਣੇ ਬੱਚੇ ਲਈ ਕੰਮ ਛੱਡ ਕੇ
घर वापस नहीं आना पैंदा सी। ये पॉइंट तुसी नोट कर लो, बहुत ज्यादा इंपॉर्टेंट आ। नहीं आना पैंदा सी। तीजा कारण बहुत ज्यादा इंपॉर्टेंट, क्योंकि ਇਹਦੇ ਨਾਲ चाहे कोई गरीब बच्चा चाहे कोई अमीर बच्चा है ना, गरीब अमीर है ना, किसी भी जात धर्म है ना दा बच्चा, दे बच्चे आऊगा, दे बच्चे इकट्ठे बैठ के खाना खांदे सन। काफी हद तक इन्होंने की कहने की कोशिश की आ कि पहला आपो अपने टिफिन हुंदा की सी, गरीब बच्चा कई बारी नहीं भी सी टिफिन लैके जा सकदा, वो अमीर बच्चे वाल देखदा रहिंदा सी। इहदे नाल जिहड़ी असमानता ही वो होर वधी। पर जदों मिड डे मील स्कीम शुरू की, चाहे कोई गरीब बच्चा चाहे कोई अमीर बच्चा किसी भी जात धर्म का, वो इक्के लाइन दे विच बैठ के जदों खाना खांदे सी, उन्हां दे विच जिहड़ी असमानता सीगी वो कुछ हद तक खत्म हुई। ठीक है, इस पॉइंट नूं ध्यान दे विच रखियो। उस तो बाद अगले पॉइंट ते आ जाओ। अगला पॉइंट लिखना वा कि स्कूलां दे विच खाना बनाउण लई, ठीक है, स्कूलां विच खाना बनाउण लई किन्हां नूं रखिया गया? दलित औरतां नूं। ठीक है, दलित औरतां नूं रखिया गया, दलित औरतां नूं रखिया गया, दलित औरतां नूं रखिया गया। कारण की? 8वीं क्लास की पीटीकल पढ़ी है ना मेरे को NCERT दी, ਉਹਦੇ ਵਿੱਚ मैं ਤੁਹਾਨੂੰ दलित शब्द का अर्थ दस्सिया सी। दलित शब्द का अर्थ की सी? दबे कुचले लोग, दबे कुचले लोग जिन्हां नूं समाज दे विच दबिया कुचलिया जांदा, उन्हां नूं आपां की कह दिंदे आ? दलित लोग। हुण दलित लोकां दे नाल बहुत ज्यादा बुरा विवहार किया जाता सी, पर मिड डे मील स्कीम जदों शुरू हुई ਤਾਂ खाना बनाने की भी जरूरत सी स्कूलों दे विच। इन्हां ने दलित औरतां नूं ज़्यादा प्रेफरेंस दी कि दलित औरतां स्कूलों दे विच खाना बनाउण। हुण वेखो, दलित औरतां खाना बनाउंदियां, सारे बच्चे किहड़े, चाहे कोई अमीर बच्चा जिन्ना मर्जी कोई किसी जात धर्म का, वो दलित औरतां दे हत्थ दा बणिया होया खाना खांदे, जिहदे नाल असमानता जिहड़ी लगभग कुछ हद तक, पूरी तरह नहीं कह सकते, कुछ हद तक जिहड़ी ये समानता सी ये इन्हां चीज़ां दे नाल दूर होई। ठीक है, सो किन्ने सारे कारण बन जाते आ। सो मिड डे मील दा भी तुहानूं बहुत डिटेल दे नाल क्वेश्चन आ सकदा, सो इहदे तो वध डिटेल होर हो ही नहीं सकदी। उस तो बाद इन्हां ने कहा कि भावें साडा देश लोकतंत्री है, संसार दे विच होर भी बहुत सारियां डेमोक्रेटिक कंट्री आ, पर कहते डेमोक्रेटिक कंट्री दे अगे एक चुनौती आ, बहुत वड्डी चुनौती, कि भावें जिहड़ियां असमानता किसी भी देश की गल कर लो, इत्थे मैं भारत की गल नहीं करूँगी, भावें कि असमानता नूं खत्म करन दे लई बहुत उपराले कीते सारियां डेमोक्रेटिक कंट्रियां ने, पर कहते अजे भी ये चुनौती बनिया होया वा, क्योंकि लोकी जिहड़े आ इस चीज़ नूं स्वीकार नहीं करते। अज भी किते ना किते लोग आपस दे विच एक दूजे दे नाल वितकरा करते आ, ते आपां किवें कह सकदे आ भी एक डेमोक्रेटिक कंट्री दे विच ये सारियां चीज़ां जिहड़ियां वा और रिमूव हो गईयां। डॉक्टर BR अंबेडकर दे पूरे कथन आ, ते वो पूरे स्टेटमेंट दे के पूछा जा सकदा भी ये कथन किहदे आ। मैं तुहानूं एक ही पढ़ के सुणाउणी, क्योंकि बोर्ड ते लिखण वाला काम ही नहीं आ। वेखो कहंदे आ की किया डॉक्टर BR अंबेडकर ने? अपने आत्म सम्मान को दाव पर लगाकर जीवित रहना अशोभनीय है। आत्म सम्मान जीवन का सबसे जरूरी हिस्सा है, यानी कि सेल्फ रिस्पेक्ट। ओके, इसके बिना व्यक्ति नगण्य है। आत्म सम्मान के साथ जीवन बिताने के लिए व्यक्ति को कठिनाइयां पर विजय
प्राप्त करनी होती है। केवल कठिन और निरंतर संघर्ष से ही व्यक्ति बल, विश्वास और मान्यता प्राप्त कर सकता है। मनुष्य नाशवान है, हर व्यक्ति को किसी न किसी दिन मरना है, परंतु व्यक्ति को यह संकल्प लेना चाहिए कि वह अपने जीवन का बलिदान आत्म सम्मान के उच्च आदर्श को विकसित करने और अपने मानव जीवन को बेहतर बनाने में करेगा। किसी साहसी व्यक्ति के लिए आत्म सम्मान रहित जीवन जीने से अधिक अशोभनीय और कुछ भी नहीं है। मतलब ये भी डॉक्टर बी आर अंबेडकर दियां ये लाइनां, ये शब्द जरूर याद रखियो। सीधी सीधी स्टेटमेंट पा के सानू पुछ सकदे आ भी ये कथन किहदे आ। सैल्फ रिस्पैक्ट की कौन गल करदा वा? सैल्फ रिस्पैक्ट बहुत उच्चा मानदा सैल्फ रिस्पैक्ट नूं कौन? डॉक्टर बी आर अंबेडकर। इन्हें बहुत ज्यादा काम किया दलित लोगों लई। इसे ही करके जेडे SC ST BC OBC लोग ने ये जेडे ने हना साडे लोग ने ये डॉक्टर बी आर अंबेडकर नूं अपना गुरु भी मानते आ, क्योंकि इन्हां ने दलित लोगों लई बहुत ज्यादा काम किया सी। ते इन्हां दे कहे हुए शब्द भी तुसीं सुन ही लै कि साडी ये कहंदे रिस्पैक्ट पहलां वा, अगले दी रिस्पैक्ट बाद च, पहलां साडी सैल्फ रिस्पैक्ट जिहड़ी आ वो जरूरी आ। ठीक है, इस पॉइंट नूं ध्यान दे विच रखियो। ठीक है, मिड डे मील स्कीम वाला आपां ने कर लिया। हुण अगले पॉइंट ते आ जाओ। अगला पॉइंट ये आ बहुत ज्यादा इंपॉर्टेंट कि वड्डियां वड्डियां डेमोक्रेटिक कंट्रियां अमरीका, अफ्रीका वर्गे देशां दे विच भी ये जिहड़ियां चीजां वा की बणियां वा? चुनौती बणियां होईयां वा। की बणियां? चुनौती बणियां। हुण इत्थों आया सी सानू रोजा पार्कस दा क्वेश्चन, पूरी कहानी नूं सुन लो। की हुंदा सी पुराने समय दी जेकर आपां गल करिए, गल 1950 तो पहलां दी गल ला लो। 1950 तो पहलां दी गल आपां कित्थे किहदी कर लगे आ? अमरीका दी। हुंदा की सी, अमरीका वाले ना जिहड़े अमरीका वाले सी वो अफ्रीका दे लोकां नूं दास दे रूप विच खरीददे सी। समझ लगी? हुण जिहड़े अफ्रीका वाले लोग आ ये की आ? अफ्रीका वाले चमड़ी दे की आ? चमड़ी दे काले ने, हना? ते जिहड़े अमरीका दे लोग ने ये की ने? चमड़ी दे गोरे। चमड़ी दे गोरे। जदों इन्हां नूं दास दे रूप विच खरीदिया जांदा ही काम करन वास्ते घरां दे विच, हना, ते किसे भी किते भी, हना, मजदूर दे तौर ते जिद्दां मर्जी। ठीक है ठीक है। ते हुंदा की सी कि इन्हां दे नाल वितकरा करन लग गए कौन? अमरीका वाले। अमरीका वाले इन्हां नाल वितकरा करन लग गए काहदे आधार ते? नस्ल दे आधार ते कह लो, ते जां फिर तुसीं सौखे तरीके नाल याद रख लो रंग दे आधार ते बहुत ज्यादा इन्हां नाल वितकरा हुंदा। इत्थों तक भी अमरीका वालियां दे जिहड़े स्कूल दे विच बच्चे पढ़नगे उस स्कूल दे विच अफ्रीका वालियां दे बच्चे नहीं पढ़नगे। इत्थों तक भी स्कूल भी अड्ड बनाए जांदे सी, जां ऐ कह लो भी अफ्रीका वालियां नूं स्कूल दे विच जाण दा मौका नहीं सी मिलदा। ते जे तुसीं NCERT नहीं पढ़ी तो आपां अजे तक इहो ही खूह दे डड्डू बने हुए आ भी जो कुछ संघर्ष जो समानतावां होईयां साडे देश विच ही होईयां। ये तुहाडी गलतफहमी आ। संसार दे बहुत देशां दे विच बहुत कुछ होया, साडे नालों किते ज्यादा माड़ा रवैया होया। हुण एक तां स्कूलां दे विच जिहड़ा वितकरा ओह अलग, दूजी चीज ये कि मान लो आ कोई की आ? बस आ कोई बस आ ते आ ने विच सीटां, हना, ते इत्थे कोई अफ्रीका वाला बह गया, इत्थे बह गया, इत्थे बह गया। मान लो कोई गोरा चढ़ के आया, गोरा जदों इत्थे काजूगा ना अफ्रीका वाले नूं आप सीट छड्ड के पिछे जाना पऊगा। जे बस दे विच कोई सीट खाली नहीं हैगी, अफ्रीका वाले सारे खड़े रहणगे जिहड़े दास दे रूप विच उत्थे वसे सी, हना, ते जिहड़े गोरे ने वो बैठणगे ते दूजिਆਂ नूं सीटां खाली छड्डणीਆਂ पैणगीਆਂ। इत्थों तक चलो ये तां दास दे रूप विच खरीदे गए, अग्गों इन्हां दीयां पीढ़ियां भी फिर इत्थे वस गईयां ना। जदों इन्हां दीयां पीढ़ियां इत्थे वस गईयां, कित्थे वस गईयां? अमरीका दे विच वस गईयां। जेड़े अफ्रीका तो दास दे रूप विच लोग खरीदे गए सी अमरीका वालियां ने, ते अफ्रीका वालियां दीयां जेड़ियां अग्गों नस्लां कित्थे वस गईयां? अमरीका दे विच वस गईयां। उन्हां नूं की किया जांदा सी? अफ्रीकी अमरीकी लोग। अफ्रीकी अमरीकी लोग। हुण होया कि
ਇਹ ਗੱਲ ਹੈਗੀ ਆ, ਇੱਥੇ ਆਪਾਂ ਇੱਕ ਔਰਤ ਦਾ ਗੱਲ ਕਰਨੀ ਆ ਜਿਹਦਾ ਕਿ ਸਾਨੂੰ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ 2001 ਤੋਂ ਲੈ ਕੇ। ਆਪਾਂ ਗੱਲ ਕਰਨੀ ਆ ਰੋਜ਼ਾ ਪਾਰਕਸ ਦੀ। ਕਿਹਦੀ ਗੱਲ ਕਰਨੀ ਆ? ਰੋਜ਼ਾ ਪਾਰਕਸ ਦੀ। ਜਦੋਂ ਅਸੀਂ ਰੋਜ਼ਾ ਪਾਰਕਸ ਦੀ ਗੱਲ ਕਰਦੇ ਆ, ਇਹਦਾ ਟਾਈਮ ਪੀਰੀਅਡ ਹੈਗਾ ਵਾ 1913 ਤੋਂ ਲੈ ਕੇ 2005 ਤੱਕ। ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ ਆ। 1913 ਤੋਂ ਲੈ ਕੇ 2005 ਤੱਕ ਦਾ ਰੋਜ਼ਾ ਪਾਰਕਸ ਦਾ ਟਾਈਮ ਪੀਰੀਅਡ ਆ। ਇਹ ਕੀ ਸੀ? ਅਫਰੀਕੀ ਅਮਰੀਕੀ ਔਰਤ ਸੀ। ਸਮਝ ਲੱਗ ਗਈ? ਅਫਰੀਕੀ ਅਮਰੀਕੀ ਮਤਲਬ ਵੀ ਜਿਹੜਾ ਕੋਈ ਦਾਸ ਦੇ ਰੂਪ ਵਿੱਚ, ਇਹਦਾ ਕੋਈ ਪਿਓ ਦਾਦਾ ਇਹਦੇ ਕੋਈ ਵੰਸ਼ ਦੇ ਵਿੱਚੋਂ ਦਾਸ ਦੇ ਰੂਪ ਵਿੱਚ ਖਰੀਦਿਆ ਗਿਆ ਹੋਊਗਾ ਤੇ ਕਿੱਥੇ ਰਹਿ ਰਹੀ ਸੀ? ਅਮਰੀਕਾ ਦੇ ਵਿੱਚ ਰਹਿ ਰਹੀ ਸੀ। ਹੁਣ ਹੁੰਦਾ ਕੀ ਆ ਕਿ 1 ਦਸੰਬਰ ਤੇ 1955 ਦਾ ਦਿਨ ਆ। ਕਿਹੜਾ ਦਿਨ ਆ? 1 ਦਸੰਬਰ 1955 ਦਾ ਦਿਨ ਆ। ਤੇ ਇਹ ਕੰਮ ਕਰਕੇ ਵਾਪਸ ਘਰ ਜਾ ਰਹੀ ਸੀ। ਬੱਸ 'ਚ ਬੈਠੀ ਸੀ। ਜਦੋਂ ਰੋਜ਼ਾ ਜਿਹੜੀ ਹੀ ਬੱਸ ਦੇ ਵਿੱਚ ਬੈਠੀ ਤਾਂ ਇੱਕ ਗੋਰਾ ਚੜਿਆ। ਇੱਥੇ ਕੇ ਬੈਠੀ ਤੇ ਗੋਰਾ ਬੱਸ ਦੇ ਵਿੱਚ ਚੜਿਆ। ਕਹਿੰਦਾ ਉੱਠ। ਇਹ ਉੱਠੀ ਨਹੀਂ ਪਹਿਲਾਂ, ਹਨਾ। ਕਹਿੰਦਾ ਉੱਠ ਮੇਰੀ ਸੀਟ ਤੋਂ। ਇਹ ਕਹਿੰਦੀ ਮੈਂ ਨਹੀਂ ਉੱਠਦੀ, ਤੂੰ ਲਾ ਲਾ ਜ਼ੋਰ। ਇਹ ਕਹਿੰਦੀ ਮੈਂ ਨਹੀਂ ਉੱਠਦੀ। ਇਹ ਉੱਠੀ ਨਹੀਂ। ਜਦੋਂ ਉੱਠੀ ਨਹੀਂ ਤੇ ਫਿਰ ਕੀ ਹੋਇਆ? ਅਮਰੀਕਾ ਦੇ ਵਿੱਚ ਇੰਨਾ ਅਫਰੀਕੀ ਲੋਕਾਂ ਨੇ ਅੰਦੋਲਨ ਛੇੜਤਾ। ਜਦੋਂ ਅੰਦੋਲਨ ਛੇੜਤਾ ਬਹੁਤ ਕੁਝ ਹੋਇਆ। ਠੀਕ ਹੈ, ਜਿਹਨੂੰ ਅਸੀਂ ਕੀ ਕਹਿ ਦਿੰਨੇ ਆ? ਸਿਵਲ ਰਾਈਟ ਮੂਵਮੈਂਟ। ਕੀ ਕਹਿ ਦਿੰਨੇ ਅਸੀਂ? ਇਸੇ ਨੂੰ ਹੀ ਅਸੀਂ ਸਿਵਲ ਰਾਈਟ ਮੂਵਮੈਂਟ ਕਹਿ ਦਿੰਨੇ ਆ। ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਇਹ ਕੁਐਸਚਨਸ ਤੁਹਾਡੇ ਪੇਪਰ ਦੇ ਵਿੱਚ ਆਇਆ ਸੀ ਕਿ ਨਹੀਂ ਆਇਆ ਸੀ, ਸਾਡੇ ਪੀਐਸ ਸਟੱਡ ਦੇ ਪੇਪਰ ਵਿੱਚ। ਸੋ ਜਦੋਂ ਇਹਨੇ ਸੀਟ ਦੇਣ ਤੋਂ ਮਨਾ ਕਰਤਾ ਤੇ ਸਿਵਲ ਰਾਈਟ ਮੂਵਮੈਂਟ ਅੰਦੋਲਨ ਚ ਕਹਿ ਲਓ ਵੀ ਅੰਦੋਲਨ ਜਿਹੜਾ ਸੀ ਇਹ ਛਿੜ ਗਿਆ। ਠੀਕ ਆ। ਜੇ ਪੁੱਛ ਲਿਆ ਜਾਵੇ ਵੀ ਅੰਦੋਲਨ ਕਦੋਂ ਛਿੜਿਆ ਸੀ? ਅੰਦੋਲਨ 1955 ਦੇ ਵਿੱਚ 1950 ਦੇ ਵਿੱਚ ਅੰਦੋਲਨ ਛਿੜ ਗਿਆ ਸੀ। ਪਰ ਜ਼ਿਆਦਾ ਸਿਖਰ ਤੇ ਕਹਿ ਲਓ ਵੀ ਜਾਂ ਸਿਵਲ ਰਾਈਟ ਮੂਵਮੈਂਟ ਜਾਂ ਕਹਿ ਲਓ ਵੀ ਉਹ ਔਰਤ ਜਿਹੜੀ ਔਰਤ ਦੇ ਸਦਕਾ ਇਹ ਅੰਦੋਲਨ ਬੰਦ ਹੋ ਗਿਆ ਤੇ ਅਮਰੀਕਾ ਅਫਰੀਕਾ ਦੇ ਲੋਕਾਂ ਨੂੰ ਸਮਾਨ ਅਧਿਕਾਰ ਮਿਲ ਗਿਆ। ਕਦੋਂ ਮਿਲੇ? 55 ਦੇ ਵਿੱਚ ਜਾ ਕੇ। ਜਾਂ ਕਹਿ ਲਓ ਵੀ 5 ਸਾਲ ਜਿਹੜਾ ਵੀ ਇਹ ਅੰਦੋਲਨ ਚੱਲਦਾ ਰਿਹਾ ਤੇ 1 ਦਸੰਬਰ 1955 ਨੂੰ ਜਾ ਕੇ ਕਹਿ ਲਓ ਵੀ ਇਹ ਅੰਦੋਲਨ ਆਪਣੀ ਪੂਰੀ ਅੱਗ ਫੜ ਗਿਆ। ਜਦੋਂ ਰੋਜ਼ਾ ਪਾਰਕਸ ਨੇ ਕੀ ਕੀਤਾ? ਇਹਨੇ ਸੀਟ ਦੇਣ ਤੋਂ ਮਨਾ ਕਰਤਾ ਗੋਰੇ ਨੂੰ ਵੀ ਮੈਂ ਨਹੀਂ ਤੈਨੂੰ ਸੀਟ ਦਿੰਦੀ। ਇਸੇ ਨੂੰ ਹੀ ਅਸੀਂ ਸਿਵਲ ਰਾਈਟ ਮੂਵਮੈਂਟ ਦੇ ਨਾਮ ਨਾਲ ਜਾਣਦੇ ਆ। ਜੇਕਰ ਪੁੱਛਿਆ ਜਾਵੇ ਕਿ ਇਹ ਜਿਹੜਾ ਇਹਨਾਂ ਲੋਕਾਂ ਨੂੰ ਫਿਰ ਅਧਿਕਾਰ ਕਦੋਂ ਮਿਲੇ ਵੀ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ? 1964 ਦੇ ਵਿੱਚ ਜਾ ਕੇ। ਆ ਸਾਰੀਆਂ ਹੀ ਤਰੀਕਾਂ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਜੇ ਤਾਂ ਇੱਥੋਂ ਨਹੀਂ ਕੁਐਸਚਨ ਪੁੱਛਿਆ ਗਿਆ ਤੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਹਾਂਜੀ ਇੱਥੋਂ ਨਹੀਂ ਪੁੱਛਿਆ ਗਿਆ, ਹਨਾ। ਵੇਖੋ ਰੋਜ਼ਾ ਪਾਰਕਸ ਦਾ ਟਾਈਮ ਪੀਰੀਅਡ ਆਉਣਾ ਵਾ 1913 ਤੋਂ 2005 ਦੇ ਵਿੱਚ। 1 ਦਸੰਬਰ 1955 ਦਾ ਉਹ ਦਿਨ ਆ ਜਦੋਂ ਇਹਨੇ ਬੱਸ ਦੇ ਵਿੱਚ ਬੈਠੀ ਨੇ ਗੋਰੇ ਨੂੰ ਸੀਟ ਦੇਣ ਤੋਂ ਮਨਾ ਕਰਤਾ। ਅੰਦੋਲਨ ਪਹਿਲਾਂ ਹੀ ਛਿੜਿਆ ਹੋਇਆ ਸੀ 1950 ਦੇ ਵਿੱਚ। ਜਦੋਂ ਇਹਨੇ ਸੀਟ ਦੇਣ ਤੋਂ ਮਨਾ ਕਰਤਾ ਤੇ ਅੰਦੋਲਨ ਹੋਰ ਅੱਗ ਫੜ ਗਿਆ। 1964 ਦੇ ਵਿੱਚ ਜਾ ਕੇ ਸਿਵਲ ਰਾਈਟ ਮੂਵਮੈਂਟ ਪਾਸ ਹੋਇਆ। ਸਿਵਲ ਰਾਈਟ ਮੂਵਮੈਂਟ ਪਾਸ ਹੋਇਆ। that point is very very important। ਠੀਕ ਹੈ, ਸੋ ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ, ਬਹੁਤ ਜ਼ਿਆਦਾ ਇੰਪੋਰਟੈਂਟ ਆ ਡਾਟਾ। ਠੀਕ ਹੈ, ਸਿਵਲ ਰਾਈਟ ਮੂਵਮੈਂਟ ਵਾਲਾ। ਠੀਕ ਹੈ, ਉਸ ਤੋਂ ਬਾਅਦ ਇੱਕ ਚੀਜ਼ ਹੋਰ ਨਾਲ ਯਾਦ ਰੱਖ ਲਿਓ। ਠੀਕ ਹੈ, ਸਾਡੇ ਭਾਰਤ ਦੇਸ਼ ਦੇ ਅੰਦਰ ਵੋਟ ਪਾਉਣ ਦਾ ਜਿਹੜਾ ਅਧਿਕਾਰ ਆ, ਵੋਟ ਦਾ ਅਧਿਕਾਰ, ਉਹ 18 ਸਾਲ ਤੱਕ ਦਾ ਕੋਈ ਵੀ ਵਿਅਕਤੀ ਵੋਟ ਦੇ ਕੇ ਆਪਣੀ ਸਰਕਾਰ ਚੁਣ ਸਕਦਾ। ਠੀਕ ਹੈ, ਜਿਹੜਾ ਫਿਜ਼ੀਕਲੀ ਹੈਂਡੀਕੈਪਡ ਨੇ ਹਨਾ, ਹੈਂਡੀਕੈਪਡ ਬੱਚੇ ਨੇ ਜਾਂ ਕੋਈ ਵਿਅਕਤੀ ਨੇ 2016 ਦੇ ਵਿੱਚ ਕਾਨੂੰਨ ਪਾਸ ਕੀਤਾ ਗਿਆ ਫਿਜ਼ੀਕਲ ਹੈਂਡੀਕੈਪਡ ਵਾਲਾ। ਮਤਲਬ ਫਿਜ਼ੀਕਲ ਹੈਂਡੀਕੈਪਡ ਦੇ ਨਾਲ ਕੋਈ ਵੀ ਵਿਤਕਰਾ, ਕੋਈ ਵੀ ਭੇਦਭਾਵ ਜਿਹੜਾ ਉਹ ਨਹੀਂ ਕੀਤਾ ਜਾਊਗਾ। ਉਸ ਤੋਂ ਬਾਅਦ ਲਾਸਟ ਹੈਗਾ ਵਾ ਲੋਕਤੰਤਰ ਦੀ ਚੁਣੌਤੀ। ਸਾਡਾ ਕੱਲਾ ਭਾਰਤ ਦੇਸ਼ ਹੀ ਨਹੀਂ, ਅੱਜ ਵੀ ਪ੍ਰੈਜ਼ੈਂਟ ਵੀ ਇਹਨਾਂ ਨੇ ਕੀ ਕਿਹਾ ਕਿ ਭਾਵੇਂ ਸਿਵਲ ਰਾਈਟ ਮੂਵਮੈਂਟ ਅਧਿਕਾਰ ਮਿਲ ਗਿਆ, ਮਤਲਬ ਕਿ 1964 ਦੇ ਵਿੱਚ ਇਹ ਅਧਿਕਾਰ ਰਾਈਟ
ਮਿਲ ਗਿਆ ਸੀਗਾ ਵੀ ਅੱਜ ਤੋਂ ਬਾਅਦ ਅਮਰੀਕਾ ਅਫਰੀਕਾ ਵਾਲੇ ਲੋਕਾਂ ਦੇ ਨਾਲ ਬੱਚਿਆਂ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਹੋਊਗਾ। ਕਹਿੰਦੇ ਅੱਜ ਵੀ ਜਾ ਕੇ ਵੇਖ ਲਓ ਅਮਰੀਕਾ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਵਿਤਕਰਾ ਹੁੰਦਾ। ਇਹ ਚੀਜ਼ ਇਹਨਾਂ ਨੇ ਐਨਸੀਈਆਰਟੀ ਦੇ ਵਿੱਚ ਲਿਖੀ। ਪ੍ਰੈਜ਼ੈਂਟ ਵੀ ਇਦਾਂ ਹੁੰਦਾ ਕਿ ਜਿਹੜੇ ਅਫਰੀਕੀ ਲੋਕ ਨੇ ਇਹਨਾਂ ਦੇ ਬੱਚਿਆਂ ਦੇ ਨਾਲ ਅੱਜ ਵੀ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਨੀਵਾਂ ਗਿਣਿਆ ਜਾਂਦਾ। ਮਤਲਬ ਇਹ ਗੱਲ ਤੇ ਉਹੀ ਆ ਗਈ। ਮੈਂ ਤੁਹਾਨੂੰ ਇਹ ਦੱਸਿਆ ਵੀ ਭਾਵੇਂ ਕਾਨੂੰਨ ਪਾਸ ਕਰ ਦਿੱਤੇ ਜਾਂਦੇ ਆ, ਸਰਕਾਰਾਂ ਵੱਲੋਂ ਕੋਈ ਨਾ ਕੋਈ ਸੁਵਿਧਾਵਾਂ ਦੇ ਦਿੱਤੀਆਂ ਜਾਂਦੀਆਂ, ਪਰ ਜਿਹੜੇ ਲੋਕ ਨੇ ਉਹ ਆਪਸ ਚ ਵਿਤਕਰਾ ਕਰਨੋਂ ਨਹੀਂ ਹਟਦੇ। ਇਹ ਚੀਜ਼ ਸਾਡੇ ਭਾਰਤ ਦੇਸ਼ ਦੇ ਅੰਦਰ ਵੀ ਆ ਤੇ ਦੁਨੀਆ ਦੇ ਬਹੁਤੇ ਦੇਸ਼ਾਂ ਦੇ ਵਿੱਚ ਵੀ ਆ, ਖਾਸ ਕਰਕੇ ਅਮਰੀਕਾ ਦੇ ਵਿੱਚ। ਠੀਕ ਆ, ਸੋ ਐਡੀ ਵੱਡੀ ਕੰਟਰੀ ਅਮਰੀਕਾ, ਤੇ ਤੁਸੀਂ ਸੋਚੋ ਵੀ ਉਸ ਕੰਟਰੀ ਦੇ ਵਿੱਚ ਵੀ ਐਡਾ ਵੱਡਾ ਕੰਮ ਹੋ ਰਿਹਾ। ਇੱਕ ਸਭ ਤੋਂ ਵੱਡੀ ਚੁਣੌਤੀ ਆ ਅਸਮਾਨਤਾ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਆ ਜਿੰਨੀਆਂ ਵੀ ਸਾਡੀਆਂ ਡੈਮੋਕ੍ਰੈਟਿਕ ਕੰਟਰੀ ਆ। ਠੀਕ ਆ, ਇਹ ਸੀ ਸਾਰਾ ਦਾ ਸਾਰਾ ਸਾਡਾ ਸਮਾਨਤਾ ਵਾਲਾ ਚੈਪਟਰ। ਬਸ ਇਹਦੇ ਵਿੱਚ ਦੋ ਟੌਪਿਕ ਸਾਡੇ ਮੇਨ ਰਹੇ। ਇੱਕ ਸਾਡੇ ਭਾਰਤ ਦੇਸ਼ ਦੇ ਅੰਦਰ ਮਿਡ ਡੇ ਮੀਲ ਸਕੀਮ ਦੇ ਬਾਰੇ, ਦੂਜਾ ਪੁਆਇੰਟ ਅਮਰੀਕਾ ਅਫਰੀਕਾ ਦੇ ਸਿਵਲ ਰਾਈਟ ਮੂਵਮੈਂਟ ਦੇ ਬਾਰੇ, ਸਪੈਸ਼ਲ ਰੋਜ਼ਾ ਪਾਰਕਸ ਦੇ ਬਾਰੇ। ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਕਲਾਸ ਕਿੱਦਾਂ ਦੀ ਲੱਗੀ। ਇਸ ਤੋਂ ਪਹਿਲਾਂ 8ਵੀਂ ਕਲਾਸ ਦੀ ਐਨਸੀਈਆਰਟੀ ਮੈਂ ਕੰਪਲੀਟ ਕਰ ਚੁੱਕੀ ਹਾਂ ਤੇ ਇਹ ਆਪਣੀ 7th ਕਲਾਸ ਦੀ ਪੋਲਿਟੀ ਹੈ, ਜਿਹਦੇ ਵਿੱਚ ਅੱਜ ਆਪਾਂ ਪਹਿਲਾ ਚੈਪਟਰ ਕੀਤਾ। ਕੱਲ ਨੂੰ ਆਪਾਂ ਕਰਾਂਗੇ ਦੂਜਾ ਚੈਪਟਰ ਤੇ ਕਮੈਂਟ ਕਰਕੇ ਜਰੂਰ ਐਪਰੀਸ਼ੀਏਟ ਕਰਿਆ ਕਰੋ। ਮਿਹਨਤ ਲੱਗਦੀ ਆ, ਕਿਉਂਕਿ ਮਿਹਨਤ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਠੀਕ ਆ, ਸੋ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।